In the last lecture we have studied and start chapter first, that is matter in our surroundings। ਉਹਦੇ ਵਿੱਚ ਆਪਾਂ ਪੜ੍ਹਿਆ ਸੀ ਮੈਟਰ ਦੀ ਕਲਾਸੀਫਿਕੇਸ਼ਨ, ਕੈਮੀਕਲ ਕਲਾਸੀਫਿਕੇਸ਼ਨ ਐਜ਼ ਵੈਲ ਐਜ਼ ਫਿਜ਼ੀਕਲ ਕਲਾਸੀਫਿਕੇਸ਼ਨ। ਉਸ ਤੋਂ ਬਾਅਦ ਆਪਾਂ ਐਕਟੀਵਿਟੀਜ਼ ਪੜ੍ਹੀਆਂ ਸੀ ਜਿਹਦੇ ਵਿੱਚ ਕਰੈਕਟਰਿਸਟਿਕਸ ਆਫ ਮੈਟਰ ਪੜ੍ਹੇ ਸੀ। ਕਿਹੜੇ ਸੀਗੇ ਕਰੈਕਟਰਿਸਟਿਕਸ? ਫਸਟ ਕਰੈਕਟਰਿਸਟਿਕ ਸੀ ਮੈਟਰ ਅਟਰੈਕਟ ਈਚ ਅਦਰ, ਜਿਹੜੇ ਮੈਟਰ ਦੇ ਪਾਰਟੀਕਲਸ ਹੁੰਦੇ ਨੇ ਦੇ ਆਰ ਅਟਰੈਕਟਿੰਗ ਈਚ ਅਦਰ। ਸੈਕਿੰਡ, ਮੈਟਰ ਦੇ ਜਿਹੜੇ ਪਾਰਟੀਕਲ ਹੁੰਦੇ ਨੇ ਦੇ ਆਰ ਆਲਵੇਜ਼ ਇਨ ਸਟੇਟ ਆਫ ਮੋਸ਼ਨ। ਐਂਡ ਜਿਹੜੀ ਫਸਟ ਸੀਗਾ ਆਪਣੇ ਕੋਲ ਮੈਟਰ ਇਜ਼ ਮੇਡ ਅਪ ਆਫ ਪਾਰਟੀਕਲ। ਠੀਕ ਹੈ, 3 ਕਰੈਕਟਰਿਸਟਿਕਸ ਪੜ੍ਹੇ ਸੀ। ਉਸ ਤੋਂ ਬਾਅਦ ਨੈਕਸਟ ਜਿਹੜਾ ਆਪਣਾ ਟੌਪਿਕ ਹੈ, ਜਿਹੜਾ ਆਪਾਂ ਪੜ੍ਹੇ ਸੀ ਕਰੈਕਟਰਿਸਟਿਕਸ, ਉਸ ਤੋਂ ਇੱਕ ਨਵੀਂ ਥਿਊਰੀ, ਨਵੇਂ ਪੁਆਇੰਟਸ ਬਣਦੇ ਨੇ ਜਿਹੜੇ ਹੁਣ ਤੱਕ ਆਪਾਂ ਰੀਡ ਕਰੇ ਸੀ। ਦੈਟ ਮੀਨਸ ਥਿਊਰੀ ਆਫ ਇੰਟਰਮੋਲੀਕੂਲਰ ਸਟਰਕਚਰ ਆਫ ਮੈਟਰ। ਇਹਦੇ ਵਿੱਚ ਦੇਖੋ ਫਸਟ ਪੁਆਇੰਟ, ਮੈਟਰ ਇਜ਼ ਮੇਡ ਅਪ ਆਫ ਸਮੋਲ ਪਾਰਟੀਕਲਸ ਕਾਲਡ ਮੋਲੀਕਿਊਲਸ। ਜਿਹੜਾ ਮੈਟਰ ਹੈ ਉਹ ਛੋਟੇ ਛੋਟੇ ਪਾਰਟੀਕਲਸ ਤੋਂ ਬਣਿਆ ਹੁੰਦਾ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਮੋਲੀਕਿਊਲਸ। ਦੇ ਆਰ ਇਨ ਸਟੇਟ ਆਫ ਕੰਟੀਨਿਊਸ ਮੋਸ਼ਨ। ਜਿੱਦਾਂ ਆਪਾਂ ਐਕਟੀਵਿਟੀ ਪੜ੍ਹੀ ਸੀ ਉਹਦੇ ਵਿੱਚ ਕੀ ਪੜ੍ਹਿਆ ਸੀ ਵੀ ਜਿਹੜੇ ਆਪਣੇ ਕੋਲ ਪਾਰਟੀਕਲਸ ਹੁੰਦੇ ਨੇ ਉਹ ਆਲਵੇਜ਼ ਕਾਹਦੇ ਵਿੱਚ ਹੁੰਦੇ ਨੇ? ਆਪਣੇ ਕੋਲ ਕੰਟੀਨਿਊਸ ਮੋਸ਼ਨ ਦੇ ਵਿੱਚ। ਡਿਊ ਟੂ ਦਿਸ ਮੋਸ਼ਨ ਹੋਣ ਕਰਕੇ ਮੋਲੀਕਿਊਲ ਦੇ ਪੋਜੈਸ ਕਾਈਨੈਟਿਕ ਐਨਰਜੀ। ਕੀ ਹੁੰਦੀ ਹੈ ਕਾਈਨੈਟਿਕ ਐਨਰਜੀ? ਮੀਨਸ ਦਾ ਐਨਰਜੀ ਵਿਚ ਇਜ਼ ਡਿਊ ਟੂ ਮੂਵਮੈਂਟ ਆਫ ਦਾ ਪਾਰਟੀਕਲਸ। ਥਰਡ ਪੁਆਇੰਟ, ਕਾਈਨੈਟਿਕ ਐਨਰਜੀ ਇਨਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਜਿਹੜੇ ਪਾਰਟੀਕਲਸ ਹੁੰਦੇ ਨੇ ਦੇ ਮੂਵ ਫਾਸਟਰ, ਦੈਟਸ ਵਾਈ ਕਾਈਨੈਟਿਕ ਐਨਰਜੀ ਇਨਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਫੋਰਥ ਪੁਆਇੰਟ, ਕਾਈਨੈਟਿਕ ਐਨਰਜੀ ਇਜ਼ ਮੈਕਸੀਮਮ ਇਨ ਗੈਸਿਸ। ਹੁਣ ਗੈਸਿਸ ਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਉਹਨਾਂ ਦੇ ਵਿੱਚ ਕਾਈਨੈਟਿਕ ਐਨਰਜੀ ਸਭ ਤੋਂ ਜ਼ਿਆਦਾ ਹੁੰਦੀ ਹੈ ਐਂਡ ਸੋਲਿਡਸ ਦੇ ਵਿੱਚ ਸਭ ਤੋਂ ਘੱਟ ਹੁੰਦੀ ਹੈ। ਇਹਨੂੰ ਆਪਾਂ ਡਿਟੇਲ ਦੇ ਵਿੱਚ ਅੱਗੇ ਪੜ੍ਹਾਂਗੇ। ਉਸ ਤੋਂ ਬਾਅਦ ਨੈਕਸਟ ਫਿਫਥ ਪੁਆਇੰਟ ਹੈ, ਦ ਸਪੇਸ ਬਿਟਵੀਨ ਦਾ ਮੋਲੀਕਿਊਲਸ ਆਰ ਕਾਲਡ ਇੰਟਰਮੋਲੀਕੂਲਰ ਸਪੇਸ। ਜਿਹੜੇ ਮੈਟਰ ਦੇ ਮੋਲੀਕਿਊਲ ਦੇ ਵਿੱਚ ਸਪੇਸ ਹੁੰਦੀ ਹੈ ਉਹਨੂੰ ਕੀ ਕਹਿੰਦੇ ਆਪਾਂ? ਇੰਟਰਮੋਲੀਕੂਲਰ ਸਪੇਸ। ਜਿਹੜੇ ਮੈਟਰ ਦੇ ਪਾਰਟੀਕਲਸ ਦੇ ਵਿੱਚ ਫੋਰਸ ਹੁੰਦੀ ਹੈ ਉਹਨੂੰ ਕੀ ਕਹਿੰਦੇ ਆਪਾਂ? ਇੰਟਰਮੋਲੀਕੂਲਰ ਫੋਰਸਿਸ। ਦੈਟ ਇਜ਼ the forces between the particles of matter is known as intermolecular forces। ਉਸ ਤੋਂ ਬਾਅਦ ਦੇਖੋ classification of matter। we can classify matter on the basis of physical classification। we can say that matter is classified as solid, liquid and gas। ਹੁਣ ਦੇਖੋ ਸਭ ਤੋਂ ਜਿਹੜਾ ਫਸਟ ਪੁਆਇੰਟ ਹੈ ਸੋਲਿਡਸ, ਲਿਕੁਇਡਸ ਐਂਡ ਗੈਸਿਸ। ਇੰਪੋਰਟੈਂਟ ਚੀਜ਼ ਹੈ ਸੋਲਿਡਸ, ਲਿਕੁਇਡਸ ਐਂਡ ਗੈਸਿਸ। 2 ਸਟੇਟਸ ਹੋਰ ਹੁੰਦੀਆਂ ਨੇ ਜਿਹਨੂੰ ਆਪਾਂ ਹਾਇਰ ਕਲਾਸਿਸ ਦੇ ਵਿੱਚ ਪੜ੍ਹਾਂਗੇ, ਬਟ ਇਨ ਯੂਰ ਸਿਲੇਬਸ ਓਨਲੀ 3 ਟਾਈਪਸ ਆਫ ਮੈਟਰ ਇਜ਼ ਦੇਅਰ, ਦੈਟ ਇਜ਼ ਸੋਲਿਡ, ਲਿਕੁਇਡ ਔਰ ਗੈਸ। ਵੈਰੀ ਫਸਟ, ਸੋਲਿਡਸ। ਕੀ ਹੁੰਦੇ ਨੇ ਸੋਲਿਡਸ? ਦ ਸਬਸਟੈਂਸ ਵਿਚ ਹੈਵ ਡੈਫੀਨੇਟ ਸ਼ੇਪ ਐਂਡ ਡੈਫੀਨੇਟ ਵੋਲੀਅਮ। ਉਹ ਵਾਲੇ ਸਬਸਟੈਂਸ ਜਿਨ੍ਹਾਂ ਦੀ ਡੈਫੀਨੇਟ ਸ਼ੇਪ ਹੋਏਗੀ ਐਂਡ ਡੈਫੀਨੇਟ ਵੋਲੀਅਮ ਹੋਏਗਾ ਉਹਨਾਂ ਨੂੰ ਕੀ ਕਹਿੰਦੇ ਆਪਾਂ? ਸੋਲਿਡਸ। ਅਗਰ ਗੱਲ ਕਰੀਏ ਪ੍ਰੋਪਰਟੀਜ਼ ਆਫ ਸੋਲਿਡਸ ਦੀ, ਤਾਂ ਪ੍ਰੋਪਰਟੀਜ਼ ਕੀ ਹੋਣਗੀਆਂ ਸੋਲਿਡਸ ਦੀਆਂ? ਦੇਖੋ, ਦੇ ਹੈਵ ਫਿਕਸ ਸ਼ੇਪ ਐਂਡ ਵੋਲੀਅਮ। ਕੋਈ ਵੀ ਸੋਲਿਡ ਜਿੱਦਾਂ ਫੋਰ ਐਗਜ਼ਾਮਪਲ ਵੁੱਡ ਦੀ ਗੱਲ ਕਰੀਏ ਉਹਦੀ ਫਿਕਸਡ ਸ਼ੇਪ ਹੁੰਦੀ ਹੈ ਐਂਡ ਫਿਕਸਡ ਵੋਲੀਅਮ। ਭਾਰ ਹੈ ਜਿਹੜਾ ਉਹਦਾ ਕੀ ਹੁੰਦਾ? ਫਿਕਸ ਹੁੰਦਾ, ਫਿਕਸ ਜਗ੍ਹਾ ਘੇਰਦਾ, ਉਹਨੂੰ ਕੀ ਕਹਿੰਦੇ ਆਪਾਂ? ਸੋਲਿਡਸ। ਦੇ ਆਰ ਨਾਟ ਕੰਪਰੈਸੀਬਲ। ਕੰਪਰੈਸੀਬਲ ਮੀਨਸ ਉਹਨਾਂ ਨੂੰ ਆਪਾਂ ਪ੍ਰੈਸ ਨਹੀਂ ਕਰ ਸਕਦੇ, ਠੀਕ ਹੈ, ਦੱਬ ਨਹੀਂ ਸਕਦੇ। ਜਿਹੜੇ ਹੁਣ ਸੋਲਿਡਸ ਹੁੰਦੇ ਨੇ ਦੇ ਆਰ ਨੋਨ ਕੰਪਰੈਸੀਬਲ ਮੀਨਸ ਵੀ ਕੈਨ ਨਾਟ ਕੰਪਰੈਸ ਦੈਮ, ਉਹਨਾਂ ਨੂੰ ਦੱਬ ਨਹੀਂ ਸਕਦੇ। ਉਸ ਤੋਂ ਬਾਅਦ ਨੈਕਸਟ, ਦੇ ਡੂ ਨਾਟ ਨੀਡ ਅ ਕੰਟੇਨਰ ਟੂ ਹੋਲਡ ਦੈਮ। ਜਿਹੜੇ ਆਪਣੇ ਕੋਲ ਸੋਲਿਡਸ ਹੁੰਦੇ ਨੇ ਉਹਨਾਂ ਨੂੰ ਰੱਖਣ ਦੇ ਲਈ ਆਪਾਂ ਨੂੰ ਕਿਸੇ ਕੰਟੇਨਰ ਦੀ ਲੋੜ ਨਹੀਂ ਹੁੰਦੀ। ਸੋ ਵੀ ਡੋਂਟ ਨੀਡ ਅ ਕੰਟੇਨਰ ਟੂ ਹੋਲਡ ਦੈਮ ਮੀਨਸ ਆਪਣੇ ਕੋਲ ਜਿਹੜੇ ਸੋਲਿਡਸ ਹੁੰਦੇ ਨੇ ਉਹਨਾਂ ਨੂੰ ਆਪਾਂ ਐਜ਼ ਸੱਚ ਕਿਤੇ ਵੀ ਰੱਖ ਸਕਦੇ ਹਾਂ, ਠੀਕ ਹੈ। ਸੋ ਦੇ ਹੈਵ ਨੋਟ, ਉਹਨਾਂ ਨੂੰ ਕੋਈ ਨੀਡ ਨਹੀਂ ਹੁੰਦੀ ਕਿਸੇ ਵੀ ਕੰਟੇਨਰ ਦੀ ਜਿਹਦੇ ਵਿੱਚ ਪਾ ਕੇ ਰੱਖਿਆ ਜਾ ਸਕੇ। ਨੈਕਸਟ, ਦੇ ਡੂ ਨਾਟ ਫਲੋ ਮੀਨਸ ਜਿਹੜੀ ਜਗ੍ਹਾ 'ਤੇ ਆਪਾਂ ਉਹਨਾਂ ਨੂੰ ਰੱਖ ਦਾਂਗੇ ਉਹ ਉੱਥੇ ਹੀ ਪਏ ਰਹਿੰਦੇ ਨੇ, ਫਲੋ ਨਹੀਂ ਕਰਦੇ ਆਪਣੇ ਆਪ, ਠੀਕ ਹੈ। ਸੋ ਦੇ ਡੂ ਨਾਟ ਫਲੋ ਮੀਨਸ ਇਹਨਾਂ ਕੋਲ ਕਾਹਦੀ ਪ੍ਰੋਪਰਟੀ ਨਹੀਂ ਹੈਗੀ? ਫਲੂਇਡਿਟੀ ਦੀ। ਦੇਅਰ ਡਿਫਿਊਜ਼ਨ ਇਜ਼ ਨੀਲ। ਡਿਫਿਊਜ਼ਨ ਮੀਨਸ ਆਪਣੇ ਕੋਲ ਕੀ ਹੁੰਦਾ? ਮਿਕਸਿੰਗ।
ਜਦੋਂ ਆਪਾਂ ਦੋ ਸੋਲਿਡਸ ਨੂੰ ਆਪਸ ਦੇ ਵਿੱਚ ਰੱਖ ਦਿੰਦੇ ਹਾਂ ਤਾਂ ਉਹ ਆਪਣੇ ਆਪ ਮਿਕਸ ਨਹੀਂ ਹੁੰਦੇ। ਫੋਰ ਐਗਜ਼ਾਮਪਲ ਮੰਨ ਲਓ ਆਪਣੇ ਕੋਲ ਇੱਕ ਕੰਟੇਨਰ ਆ ਵਾਲਾ, ਠੀਕ ਹੈ, ਇੱਕ ਕੰਟੇਨਰ ਦੇ ਵਿੱਚ ਆਪਾਂ ਇੱਕ ਸੋਲਿਡ, ਕੋਈ ਵੀ ਸੋਲਿਡ ਲੈ ਲਿਆ, ਫੋਰ ਐਗਜ਼ਾਮਪਲ ਵੁੱਡ ਲੈ ਲਈ। ਉਸ ਤੋਂ ਬਾਅਦ ਸੈਕਿੰਡ ਸੋਲਿਡ ਹੈ ਇੱਧਰ ਪਿਆ, ਠੀਕ ਹੈ, ਕੋਈ ਵੀ ਮੰਨ ਲਓ ਆਪਾਂ ਸ਼ੂਗਰ ਲੈ ਲਿਆ, ਠੀਕ ਹੈ, ਇੱਥੋਂ ਬੰਦ ਕਰਤਾ। ਉਸ ਤੋਂ ਬਾਅਦ ਜਦੋਂ ਆਪਾਂ ਓਪਨ ਕਰਾਂਗੇ ਤਾਂ ਇਹ ਦੋਨੀ ਚੀਜ਼ਾਂ ਆਪਸ ਦੇ ਵਿੱਚ ਮਿਕਸ ਨਹੀਂ ਹੋਣਗੀਆਂ। ਸੋ ਦੇ ਹੈਵ ਨੋਟ ਦਾ ਪ੍ਰੋਪਰਟੀ ਆਫ ਡਿਫਿਊਜ਼ਨ, ਮੀਨਜ਼ ਮਿਕਸ ਹੋਣ ਦੀ ਪ੍ਰੋਪਰਟੀ ਨਹੀਂ ਹੈ। ਉਸ ਤੋਂ ਬਾਅਦ ਨੈਕਸਟ ਹੈ ਐਕਸਪਲੇਨੇਸ਼ਨ ਆਫ ਸੋਲਿਡਸ ਔਨ ਦਾ ਬੇਸਿਸ ਆਫ ਮੋਲੀਕੂਲਰ ਸਟਰਕਚਰ। ਅਗਰ ਆਪਾਂ ਸਟਰਕਚਰ ਦੀ ਗੱਲ ਕਰੀਏ, ਮੋਲੀਕਿਊਲਸ ਦੀ, ਸੋਲਿਡ ਦੇ ਮੋਲੀਕਿਊਲ ਦੀ ਸਟਰਕਚਰ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੋਈ ਵੀ ਸਬਸਟੈਂਸ ਹੈ ਉਹਦੇ ਜਿਹੜੇ ਮੋਲੀਕਿਊਲਸ ਨੇ ਉਹ ਕੀ ਪਏ ਹੁੰਦੇ ਨੇ, ਕਲੋਜ਼ਲੀ ਪੈਕਡ ਹੁੰਦੇ ਨੇ। ਕਲੋਜ਼ਲੀ ਮੀਨਜ਼ ਬਹੁਤ ਜ਼ਿਆਦਾ ਨੇੜੇ ਪਏ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੀ ਸਪੇਸ ਹੈ ਉਹ ਕੀ ਹੁੰਦੀ ਹੈ, ਬਹੁਤ ਜ਼ਿਆਦਾ ਘੱਟ ਹੁੰਦੀ ਹੈ। ਸਪੇਸ ਘੱਟ ਕਿਉਂ ਹੁੰਦੀ ਹੈ, ਕਿਉਂਕਿ ਜਿਹੜੇ ਆਹ ਵਾਲੇ ਪਾਰਟੀਕਲਸ ਨੇ ਇਹਨਾਂ ਦੋਨਾਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਕੀ ਹੋਏਗੀ, ਜ਼ਿਆਦਾ ਹੋਏਗੀ। ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਵਿਚਲੀ ਜਿਹੜੀ ਸਪੇਸ ਆ ਉਹ ਕੀ ਹੁੰਦੀ ਹੈ, ਵੈਰੀ ਲੈਸ। ਸੋ ਦੇਖੋ, ਇਨ ਸੋਲਿਡ particles are tightly packed due to intermolecular space is very less। ਇਹ ਬਹੁਤ ਜ਼ਿਆਦਾ ਟਾਈਟਲੀ ਪੈਕਡ ਹੁੰਦੇ ਨੇ, ਕਿਉਂਕਿ ਇਹਨਾਂ ਦੇ ਵਿਚਲੀ ਜਿਹੜੀ ਸਪੇਸ ਹੈ ਉਹ ਕੀ ਹੁੰਦੀ ਹੈ, ਬਹੁਤ ਘੱਟ ਸਪੇਸ ਕਾਹਦੇ ਕਰਕੇ ਹੁੰਦੀ ਹੈ, ਡਿਊ ਟੂ ਇੰਟਰਮੋਲੀਕੂਲਰ ਫੋਰਸਿਸ ਆਰ ਸਟਰੋਂਗ। ਜਿਹੜੀਆਂ ਫੋਰਸਿਸ ਇੱਕ ਦੂਜੇ ਨੂੰ ਹੋਲਡ ਕਰਕੇ ਰੱਖਦੀਆਂ ਨੇ ਉਹ ਫੋਰਸਿਸ ਸੋਲਿਡਸ ਦੇ ਵਿੱਚ ਕੀ ਹੁੰਦੀਆਂ ਨੇ, ਸਟਰੋਂਗ। ਦੈਟਸ ਵਾਈ ਦੇ ਹੈਵ ਫਿਕਸਡ ਸ਼ੇਪ ਐਂਡ ਵੋਲੀਅਮ। ਇੰਟਰਮੋਲੀਕੂਲਰ ਜਿਹੜੀ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਦੀ ਜਿਹੜੀ ਸ਼ੇਪ ਹੈ ਉਹ ਕੀ ਹੁੰਦੀ ਹੈ, ਫਿਕਸ, ਵੋਲੀਅਮ ਵੀ ਫਿਕਸ। ਸੋ ਦੇ ਕਾਂਟ ਬੀ ਕੰਪਰੈਸ ਕਿਉਂ ਨਹੀਂ ਹੁੰਦੇ, ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਸਪੇਸ ਹੀ ਨਹੀਂ ਹੈ। ਸਪੇਸ ਜਿੰਨਾ ਤੱਕ ਸਪੇਸ ਨਹੀਂ ਹੋਏਗੀ ਉਹਨਾਂ ਤੱਕ ਇਹ ਕੰਪਰੈਸ ਨਹੀਂ ਹੋਣਗੇ। ਨੈਕਸਟ ਟਾਈਪ ਦੈਟ ਆਰ ਲਿਕੁਇਡਸ, ਇਟ ਇਜ਼ ਦ ਸੈਕਿੰਡ ਟਾਈਪ ਆਫ ਮੈਟਰ ਦੈਟ ਆਰ ਲਿਕੁਇਡਸ। ਕੀ ਹੁੰਦੇ ਨੇ ਲਿਕੁਇਡਸ, ਜਿਨ੍ਹਾਂ ਦਾ ਡੈਫੀਨੇਟ ਵੋਲੀਅਮ ਹੁੰਦਾ ਬਟ ਡੈਫੀਨੇਟ ਸ਼ੇਪ ਨਹੀਂ ਹੁੰਦੀ। ਉਹ ਵਾਲੇ ਸਬਸਟੈਂਸ ਜਿਨ੍ਹਾਂ ਦੀ ਡੈਫੀਨੇਟ ਸ਼ੇਪ ਨਹੀਂ ਹੁੰਦੀ ਬਟ ਡੈਫੀਨੇਟ ਵੋਲੀਅਮ ਹੁੰਦਾ ਹੈ। ਸ਼ੇਪ ਇਹਨਾਂ ਦੀ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਜਿਸ ਤਰ੍ਹਾਂ ਦੇ ਕੰਟੇਨਰ ਦੇ ਵਿੱਚ ਆਪਾਂ ਇਹਨਾਂ ਨੂੰ ਹੋਲਡ ਕਰਦੇ ਹਾਂ, ਠੀਕ ਹੈ। ਦੇਖੋ ਪ੍ਰੋਪਰਟੀਜ਼ ਆਫ ਲਿਕੁਇਡਸ, ਵੈਰੀ ਫਸਟ ਪ੍ਰੋਪਰਟੀ, ਦੇ ਹੈਵ ਫਿਕਸਡ ਵੋਲੀਅਮ ਬਟ ਨੋ ਫਿਕਸਡ ਸ਼ੇਪ। ਐਜ਼ ਵੀ ਆਲਰੇਡੀ ਡਿਸਕਸਡ that ਜਿਹੜੇ ਆਪਣੇ ਕੋਲ ਲਿਕੁਇਡਸ ਹੁੰਦੇ ਨੇ ਉਹਨਾਂ ਦੀ ਫਿਕਸਡ ਸ਼ੇਪ ਨਹੀਂ ਹੁੰਦੀ ਬਟ ਫਿਕਸਡ ਵੋਲੀਅਮ ਹੁੰਦਾ ਹੈ। ਸੈਕਿੰਡ ਪੁਆਇੰਟ, ਦੇ ਆਰ ਲੈਸ ਕੰਪਰੈਸੀਬਲ, ਮੀਨਜ਼ ਨੈਗਲੀਜੀਬਲ ਕੰਪਰੈਸੀਬਲ ਹੁੰਦੇ ਨੇ। ਜਿਸ ਤਰ੍ਹਾਂ ਲਿਕੁਇਡ ਹੈ, ਠੀਕ ਹੈ, ਲਿਕੁਇਡ ਨੂੰ ਵੀ ਆਪਾਂ ਕੰਪਰੈਸ ਕਰਕੇ ਉਹਨਾਂ ਦੀ ਜਿਹੜੀ ਸਪੇਸ ਆ ਉਹਨੂੰ ਰਿਡਿਊਸ ਨਹੀਂ ਕਰ ਸਕਦੇ। ਸੋ these are less compressible, nearly negligible compressible we can say। Third point, they need a container to hold them। ਇਹਨਾਂ ਨੂੰ ਹੋਲਡ ਕਰਨ ਦੇ ਲਈ, ਰੱਖਣ ਦੇ ਲਈ ਆਪਾਂ ਨੂੰ ਕਿਹਦੀ ਜ਼ਰੂਰਤ ਪੈਂਦੀ ਹੈ, ਕੰਟੇਨਰ ਦੀ। ਜਿਹੜੇ ਕੰਟੇਨਰ ਦੇ ਵਿੱਚ ਰੱਖਾਂਗੇ ਉਹ ਉਸੇ ਤਰ੍ਹਾਂ ਦੀ ਸ਼ੇਪ ਨੂੰ ਕੀ ਕਰ ਲੈਂਦੇ ਨੇ, ਕੰਟੇਨ ਕਰ ਲੈਂਦੇ ਨੇ। ਨੈਕਸਟ ਪੁਆਇੰਟ, ਦੇ ਕੈਨ ਈਜ਼ੀਲੀ ਡਿਫਿਊਜ਼, ਮੀਨਜ਼ ਇੱਕ ਦੂਜੇ ਦੇ ਵਿੱਚ ਈਜ਼ੀਲੀ ਮਿਕਸ ਹੋ ਜਾਂਦੇ ਨੇ। ਫੋਰ ਐਗਜ਼ਾਮਪਲ ਮੰਨ ਲਓ ਆਪਾਂ ਇੱਕ ਕੰਟੇਨਰ ਦੇ ਵਿੱਚ ਕੋਈ ਵਨ ਲਿਕੁਇਡ ਲਿਆ, ਠੀਕ ਹੈ, ਮੰਨ ਲਓ ਆਪਾਂ ਵਾਟਰ ਲਿਆ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਿਕਸ ਕਰਤਾ ਮਿਲਕ, ਠੀਕ ਹੈ, ਉੱਪਰ ਮਿਲਕ ਪਾਤਾ ਤਾਂ ਈਜ਼ੀਲੀ ਦੋਨੇ ਆਪਸ ਦੇ ਵਿੱਚ ਕੀ ਹੋ ਜਾਂਦੇ ਨੇ, ਮਿਕਸ। ਸੋ ਦੇ ਕੈਨ ਈਜ਼ੀਲੀ ਡਿਫਿਊਜ਼। ਨੈਕਸਟ ਪੁਆਇੰਟ ਹੈ, ਦੇ ਹੈਵ ਲੈਸ ਡੈਂਸਿਟੀ। ਡੈਂਸਿਟੀ ਮੀਨਜ਼ ਜਿਹੜੇ ਕੌਨਸਟੀਚੂਐਂਟ ਪਾਰਟੀਕਲਸ ਹੁੰਦੇ ਨੇ ਆਪਣੇ ਕੋਲ ਉਹ ਲਿਕੁਇਡ ਦੇ, ਉਹਨਾਂ ਦੇ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਸੋਲਿਡਸ। ਫੋਰਸ ਆਫ ਅਟਰੈਕਸ਼ਨ ਘੱਟ ਹੋਣ ਕਰਕੇ ਇਹਨਾਂ ਦੇ ਵਿੱਚ ਜਿਹੜੇ ਇੰਟਰਮੋਲੀਕੂਲਰ ਸਪੇਸਿਸ ਹੁੰਦੀਆਂ ਨੇ ਉਹ ਵੀ ਕੀ ਹੁੰਦੀਆਂ ਨੇ, ਆਪਣੇ ਕੋਲ ਜ਼ਿਆਦਾ ਹੁੰਦੀਆਂ ਨੇ ਐਜ਼ ਕੰਪੇਅਰ ਟੂ ਸੋਲਿਡ। ਸਪੇਸ ਜ਼ਿਆਦਾ ਹੋਣ ਕਰਕੇ ਇਹ ਕੀ ਨੇ, ਆਪਣੇ ਕੋਲ ਲੈਸ ਡੈਂਸ ਐਜ਼ ਕੰਪੇਅਰ ਟੂ ਸੋਲਿਡਸ। ਉਸ ਤੋਂ ਬਾਅਦ ਦੇਖੋ ਐਕਸਪਲੇਨੇਸ਼ਨ ਆਫ ਮੋਲੀਕੂਲਰ ਸਟਰਕਚਰ ਆਫ ਲਿਕੁਇਡ। ਲਿਕੁਇਡ ਦੀ ਐਕਸਪਲੇਨੇਸ਼ਨ ਔਨ ਦਾ ਬੇਸਿਸ ਆਫ ਮੋਲੀਕੂਲਰ ਸਟਰਕਚਰ ਆਪਾਂ ਕਰੀਏ ਤਾਂ ਦੇਖੋ ਇਹ ਵਾਲੇ ਜਿਹੜੇ ਪਾਰਟੀਕਲਸ ਨੇ ਦੇ ਐਕਟ ਐਜ਼ ਅ ਪਾਰਟੀਕਲ ਆਫ ਲਿਕੁਇਡ। ਲਿਕੁਇਡ ਦੇ ਪਾਰਟੀਕਲ ਦੇ ਵਿੱਚ ਜਿਹੜੀ ਸਪੇਸ ਹੈ ਉਹ ਕੀ ਹੋਏਗੀ, ਥੋੜ੍ਹੀ ਜਿਹੀ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਦਾ ਸੋਲਿਡ। ਸੋਲਿਡ ਦੇ ਜਿਹੜੇ ਪਾਰਟੀਕਲ ਸੀ ਉਹ ਇੱਕ ਦੂਜੇ ਦੇ ਨਾਲ ਬਿਲਕੁਲ ਜੁੜੇ ਹੋਏ ਸੀ, ਬਟ ਇੱਥੇ ਜਿਹੜੇ ਆਪਣੇ ਕੋਲ ਪਾਰਟੀਕਲਸ ਨੇ ਉਹ ਥੋੜ੍ਹੇ ਥੋੜ੍ਹੇ ਕੀ ਨੇ, ਉਹਨਾਂ ਦੇ ਵਿੱਚ ਕੀ ਪ੍ਰੈਜ਼ੈਂਟ ਹੈ, ਸਪੇਸ।
ਸਪੇਸ ਹੋਣ ਕਰਕੇ ਇਹਨਾਂ ਦੇ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੋਏਗੀ ਉਹ ਕੀ ਹੋਏਗੀ, ਲੈਸ ਹੋਏਗੀ ਐਜ਼ ਕੰਪੇਅਰ ਟੂ ਸੋਲਿਡ। ਸੋ ਇਨ ਲਿਕੁਇਡ ਦ ਪਾਰਟੀਕਲਸ ਆਰ ਨੋਟ ਸੋ ਕਲੋਜ਼, ਬਹੁਤ ਜ਼ਿਆਦਾ ਕਲੋਜ਼ ਨਹੀਂ ਹੁੰਦੇ ਟੂ ਈਚ ਅਦਰ ਐਜ਼ ਕੰਪੇਅਰ ਟੂ ਸੋਲਿਡਸ, ਠੀਕ ਹੈ। ਸੋ ਦੇ ਹੈਵ ਹਾਈ ਇੰਟਰਮੋਲੀਕੂਲਰ ਸਪੇਸ ਐਂਡ ਲੋ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਐਜ਼ ਕੰਪੇਅਰ ਟੂ ਸੋਲਿਡ। ਮੀਨਜ਼ ਸੋਲਿਡ ਦੇ ਨਾਲੋਂ ਲਿਕੁਇਡ ਦੇ ਵਿੱਚ ਜਿਹੜੀ ਸਪੇਸ ਹੈ ਉਹ ਕੀ ਹੁੰਦੀ ਹੈ, ਜ਼ਿਆਦਾ, ਫੋਰਸ ਆਫ ਅਟਰੈਕਸ਼ਨ ਕੀ ਹੁੰਦੀ ਹੈ, ਘੱਟ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਗੈਸਿਸ। ਕੀ ਹੁੰਦੀਆਂ ਨੇ ਗੈਸਿਸ? ਦ ਸਬਸਟਾਂਸ ਵਿਚ ਨੀਦਰ ਡੈਫੀਨੇਟ ਸ਼ੇਪ ਨੋਰ ਡੈਫੀਨੇਟ ਵੋਲੀਅਮ। ਉਹ ਵਾਲੇ ਸਬਸਟਾਂਸਿਸ ਜਿਨ੍ਹਾਂ ਦੇ ਵਿੱਚ ਡੈਫੀਨੇਟ ਸ਼ੇਪ ਜਾਂ ਡੈਫੀਨੇਟ ਵੋਲੀਅਮ ਨਹੀਂ ਹੁੰਦਾ ਉਹਨਾਂ ਨੂੰ ਕੀ ਕਹਿੰਦੇ ਆ ਆਪਾਂ, ਗੈਸਿਸ। ਪ੍ਰੋਪਰਟੀਜ਼ ਆਫ ਗੈਸਿਸ ਕੀ ਹੋਣਗੀਆਂ? ਦੇ ਆਰ ਹਾਈਲੀ ਕੰਪਰੈਸੀਬਲ। ਹਾਈਲੀ ਕੰਪਰੈਸੀਬਲ ਕਿਉਂ ਹੋਣਗੀਆਂ? ਕਿਉਂਕਿ ਮੰਨ ਲਓ ਆਪਣੇ ਕੋਲ ਜਿਹੜੇ ਗੈਸ ਦੇ ਪਾਰਟੀਕਲਸ ਨੇ ਉਹ ਕੀ ਨੇ, ਬਹੁਤ ਜ਼ਿਆਦਾ ਦੂਰ ਪਏ ਨੇ, ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਸਪੇਸ ਹੋਣ ਕਰਕੇ ਜਦ ਆਪਾਂ ਇਹਨਾਂ ਨੂੰ ਕੰਪਰੈਸ ਕਰਾਂਗੇ ਤਾਂ ਇੱਕ ਦੂਜੇ ਦੇ ਕੀ ਜਾਣਗੇ, ਨੀਅਰ ਬਾਏ ਮੂਵ ਕਰਨਗੇ, ਠੀਕ ਹੈ। ਤਾਂ ਸਪੇਸ ਕੀ ਹੋ ਜੂਗੀ, ਡਿਕਰੀਜ਼। ਸੋ ਦੇ ਆਰ ਹਾਈਲੀ ਕੰਪਰੈਸੀਬਲ ਮੀਨਜ਼ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਹਾਂ, ਕੰਪਰੈਸ ਕਰ ਸਕਦੇ ਹਾਂ। ਨੈਕਸਟ ਦੇ ਕੈਨ ਫਲੋ ਇਨ ਆਲ ਡਾਇਰੈਕਸ਼ਨਸ। ਇਹਦੇ ਜਿਹੜੇ ਪਾਰਟੀਕਲਸ ਹੁੰਦੇ ਨੇ ਦੇ ਆਰ ਨੋਟ ਹੈਵਿੰਗ ਫਿਕਸ ਪੋਜੀਸ਼ਨ। ਫਿਕਸਡ ਪੋਜੀਸ਼ਨ ਨਾ ਹੋਣ ਕਰਕੇ ਇਹਨਾਂ ਦੇ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਹ ਕੀ ਹੁੰਦੀ ਹੈ ਆਪਣੇ ਕੋਲ, ਨੈਗਲੀਜੀਬਲ। ਫੋਰਸ ਆਫ ਅਟਰੈਕਸ਼ਨ ਨੈਗਲੀਜੀਬਲ ਹੋਣ ਕਰਕੇ ਦੇ ਕੈਨ ਮੂਵ ਇਨ ਐਨੀ ਡਾਇਰੈਕਸ਼ਨ। ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਜਿਹੜੀ ਇਹਨਾਂ ਦੇ ਵਿੱਚ ਕੀ ਹੁੰਦੀ ਹੈ, ਨੈਗਲੀਜੀਬਲ। ਸੋ ਨੈਗਲੀਜੀਬਲ ਫੋਰਸ ਆਫ ਅਟਰੈਕਸ਼ਨ ਹੋਣ ਕਰਕੇ ਇਹਨਾਂ ਦੇ ਜਿਹੜੇ ਪਾਰਟੀਕਲਸ ਨੇ ਦੇ ਕੈਨ ਮੂਵ ਇਨ ਐਨੀ ਡਾਇਰੈਕਸ਼ਨ। ਨੈਕਸਟ ਪੁਆਇੰਟ, ਦੇ ਕੈਨ ਈਜ਼ੀਲੀ ਡਿਫਿਊਜ਼। ਇਹ ਵੀ ਅਗਰ ਆਪਾਂ ਦੋ ਗੈਸਿਸ ਨੂੰ ਮਿਕਸ ਕਰ ਦਈਏ ਤਾਂ ਉਹ ਈਜ਼ੀਲੀ ਕੀ ਹੋ ਜਾਂਦੀਆਂ ਨੇ, ਮਿਕਸ ਹੋ ਜਾਂਦੀਆਂ ਨੇ। ਸੋ ਦੇ ਆਰ ਈਜ਼ੀਲੀ ਡਿਫਿਊਜ਼। ਦੇ ਹੈਵ ਵੈਰੀ ਲੋ ਡੈਂਸਿਟੀ। ਹੁਣ ਇਹਨਾਂ ਦੇ ਜਿਹੜੇ ਪਾਰਟੀਕਲਸ ਨੇ ਉਹ ਕੀ ਪਏ ਨੇ, ਬਹੁਤ ਜ਼ਿਆਦਾ ਦੂਰ ਪਏ ਨੇ। ਮੀਨਜ਼ ਇਹਨਾਂ ਦੇ ਵਿੱਚ ਇੰਟਰਮੋਲੀਕੂਲਰ ਸਪੇਸ ਹੈ ਜਿਹੜੀ ਉਹ ਕੀ ਹੈ, ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ ਸਪੇਸ ਹੋਣ ਕਰਕੇ ਇਹਨਾਂ ਦੀ ਡੈਂਸਿਟੀ ਕੀ ਹੋਏਗੀ, ਲੈਸ। ਨੈਕਸਟ ਪੁਆਇੰਟ ਹੈ, ਦੇ ਫਿਲ ਦਾ ਇੰਟਾਇਰ ਸਪੇਸ ਆਫ ਕੰਟੇਨਰ। ਜਿਹੜੇ ਵੀ ਕੰਟੇਨਰ ਦੇ ਵਿੱਚ ਆਪਾਂ ਇਹਨੂੰ ਹੋਲਡ ਕਰਦੇ ਹਾਂ ਇਹ ਉਹਦੀ ਜਿੰਨੀ ਵੀ ਅਵੇਲੇਬਲ ਸਪੇਸ ਹੁੰਦੀ ਆ ਉਹਦੇ ਵਿੱਚ ਕੀ ਹੋ ਜਾਂਦੇ ਨੇ, ਫਿਲ ਅਪ ਹੋ ਜਾਂਦੇ ਨੇ। ਦੈਟ ਮੀਨਸ ਫਿਲ ਦਾ ਇੰਟਾਇਰ ਸਪੇਸ ਆਫ ਦਾ ਕੰਟੇਨਰ। ਕੰਟੇਨਰ ਦੀ ਜਿੰਨੀ ਵੀ ਸਪੇਸ ਹੋਏਗੀ ਉਹ ਸਾਰੀ ਦੇ ਵਿੱਚ ਕੀ ਹੋ ਜਾਣਗੇ, ਫਿਲ ਅਪ ਹੋ ਜਾਣਗੇ।